5 नहीं, 10 नहीं, 15 नहीं, 20 नहीं, बल्कि पूरे 40 ਲਾਇਸੈਂਸ। ਜੀ ਨਾਜ਼ਰੀਨ, ਅੱਜ ਮੈਂ ਤਾਂਦਲਿਆਂਵਾਲਾ ਤਹਿਸੀਲ ਦੇ ਇੱਕ ਪਿੰਡ 543 ਗਾਂਵ ਮੰਗਣਾ ਵਾਲਾ ਵਿੱਚ ਮੌਜੂਦ ਹਾਂ ਤੇ ਇਸ ਪਿੰਡ ਦੇ ਬਾਰੇ 'ਚ ਇੱਕ ਹੋਰ ਗੱਲ ਵੀ ਮਸ਼ਹੂਰ ਆ ਕਿ ਇਹ ਇਸ ਤਹਿਸੀਲ ਦਾ ਸਾਰਿਆਂ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਪਿੰਡ ਆ ਤੇ ਇਸ ਪਿੰਡ ਦੇ ਇੱਕ ਬਹੁਤ ਹੀ ਮੁਨਫਰਦ ਸ਼ਖਸ ਅੱਜ ਮੇਰੇ ਨਾਲ ਮੌਜੂਦ ਆ, ਨਜ਼ੀਰ ਅਹਿਮਦ ਸਾਹਿਬ, ਜਿਨ੍ਹਾਂ ਨੇ ਨੈਸ਼ਨਲ ਤੇ ਇੰਟਰਨੈਸ਼ਨਲ 40 ਤੋਂ ਜ਼ਿਆਦਾ ਲਾਇਸੈਂਸ ਬਣਾਏ ਹੋਏ ਆ। ਤੇ ਆਓ ਆਪਾਂ ਅੱਜ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇੰਨੇ ਜ਼ਿਆਦਾ ਲਾਇਸੈਂਸ ਕਿਸ ਤਰ੍ਹਾਂ ਮੁਮਕਿਨ ਆ, ਇਹਨਾਂ ਨੇ ਕਿੱਦਾਂ ਬਣਾਏ ਤੇ ਕਿਹੜੇ ਕਿਹੜੇ ਮੁਲਕ ਦੇ ਵਿੱਚ ਜਾ ਕੇ ਬਣਾਏ ਇਹਨਾਂ ਨੇ ਲਾਇਸੈਂਸ। अस्सलाम वालेकुम जी। वालेकुम सलाम। ਸਰ ਕੀ ਹਾਲ ਚਾਲ ਹੈ? ज़बरदस्त सर, A1। ਅੱਛਾ ਨਜ਼ੀਰ ਸਾਹਿਬ, ਮੈਨੂੰ ਸਾਰਿਆਂ ਨਾਲ ਪਹਿਲੇ ਤੇ ਆਪਣਾ ਥੋੜ੍ਹਾ ਜਿਹਾ ਤਾਰਫ ਕਰਵਾ ਦਿਓ ਕਿ ਤੁਹਾਡਾ ਤਾਲੁਕ ਕਿਹੜੇ ਪਿੰਡ ਨਾਲ ਆ, ਕਿਹੜੀ ਬਰਾਦਰੀ ਨਾਲ ਆ ਤੇ ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ? जी मेरा नाम नज़ीर अहमद है, मेरे वालिद का नाम बशीर अहमद है। असी कौम दे मंगण है और तहसील तांदलियांवाले दे विच रहंदे हैं। कंजवाणी दे नाल साडा पिंड है। तांदलियांवाला शुगर मिल दी बैक साइड ते ਮੰਗਨ ਬਰਾਦਰੀ ਦਾ ਥੋੜ੍ਹਾ ਜਿਹਾ ਦੱਸ ਦਿਓ। ਮੰਗਨ ਬਰਾਦਰੀ ਮੰਗਣ ਬਰਾਦਰੀ ਹੈ ਸਾਡੀ। ਸਾਡੇ ਇੱਥੇ ਵੱਡੇ 3 ਪਿੰਡ ਹੀ ਹਨ ਤਕਰੀਬਨ ਪੂਰੇ, ਯਾਨੀ ਕਿ ਪੰਜਾਬ ਦੇ ਵਿੱਚ ਵੱਡੇ 3 ਪਿੰਡ ਨੇ। ਬਾਕੀ ਛੋਟੀਆਂ ਛੋਟੀਆਂ ਆਬਾਦੀਆਂ 2-4 ਘਰਾਂ ਦੀਆਂ ਮੁਖਤਲਿਫ ਥਾਵਾਂ 'ਤੇ ਹੋਰ ਵੀ ਹੈਗੀਆਂ। ਤੇ ਬਿਹਤਰੀਨ ਯਾਨੀ ਕਿ ਪੂਰਾ ਰਕਬਾ ਜਿਹੜਾ ਹੈ ਨਾ ਉਹ ਸਾਡੇ ਮੰਗਣਾ ਦੇ ਨਾਂ ਦਾ ਹੀ ਹੈ। ਵਿੱਚ ਚੰਦ ਘਰ ਜਿਹੜੇ ਨੇ ਨਾ ਉਹ ਮੁਖਤਲਿਫ ਕੌਮਾਂ ਦੇ ਹਨ ਜਿਨ੍ਹਾਂ ਦੇ ਥੋੜ੍ਹਾ ਥੋੜ੍ਹਾ ਰਕਬਾ ਹੈ। ਬਾਕੀ ਇਹ 3 ਪਿੰਡਾਂ ਦਾ ਰਕਬਾ ਜਿਹੜਾ ਹੈ ਨਾ ਇਹ ਸਾਡੇ ਮੰਗਣਾ ਦਾ ਹੀ ਹੈ। ਤੇ ਇਹ ਸਾਡੇ ਇਸ ਵਕਤ ਪੂਰੀ ਤਹਿਸੀਲ ਦੇ ਵਿੱਚ ਸਭ ਤੋਂ ਜ਼ਿਆਦਾ ਤਾਲੀਮ ਯਾਫਤਾ, ਸਭ ਤੋਂ ਜ਼ਿਆਦਾ ਵੱਡੇ ਅਫਸਰ ਜਿਹੜੇ ਨਾ ਉਹ ਸਾਡੇ 543 ਗਾਫ ਬੇ ਮੰਗਣਾ ਵਾਲੇ ਦੇ ਮੰਗਣ ਹੈਣਗੇ। ਕਿਆ ਬਾਤ ਹੈ ਜੀ। ਤੁਸੀਂ ਵੀ ਜਿਹੜਾ ਨਾ ਮੰਗਨ ਬਰਾਦਰੀ ਦਾ ਨਾਮ ਰੋਸ਼ਨ ਕਰਤਾ ਹੈ ਕਿ ਤੁਸੀਂ 40 ਤੋਂ ਜ਼ਿਆਦਾ ਲਾਇਸੈਂਸ ਬਣਾ ਲਏ। ਹੁਣ ਸਾਨੂੰ ਲਾਇਸੈਂਸ ਦੇ ਮੁਤਲਕ ਦੱਸੋ ਕਿ ਇੰਨੇ ਜ਼ਿਆਦਾ ਲਾਇਸੈਂਸ ਤੁਸੀਂ ਕਿੱਦਾਂ ਬਣਵਾਏ? ਇਹ ਨਾ ਸਰ, ਮੈਂ ਜਦੋਂ ਮੈਟ੍ਰਿਕ ਪੜ੍ਹਦਾ ਹੁੰਦਾ ਸੀ ਨਾ ਉਸ ਟਾਈਮ ਮੈਨੂੰ ਸ਼ੌਕ ਹੋਇਆ ਕਿ ਕਾਰਾਂ ਹਨ ਘਰ ਦੇ ਵਿੱਚ। ਵਾਲਿਦ ਸਾਹਿਬ ਮੇਰੇ ਬਿਜ਼ਨਸਮੈਨ ਸੀ, ਭੱਠਾ ਸੀ ਸਾਡਾ ਉਸ ਦੌਰ ਵੀ, ਹੁਣ ਵੀ ਇਸ ਟਾਈਮ ਵੀ ਮੇਰਾ ਭੱਠਾ ਹੈ ਆਪਣਾ ਔਰ ਮੈਂ ਚਲਾ ਰਿਹਾ ਮਾਸ਼ਾਅੱਲਾ। ਤੇ ਉਹ ਜਿਹੜੇ ਨਾ ਵਾਲਿਦ ਸਾਹਿਬ ਕਾਰ ਲੈ ਕੇ ਆਉਂਦੇ ਸੀ ਤੇ ਕਦੇ ਕਦੇ ਸ਼ਹਿਰ ਜਾਣਾ ਪੈਂਦਾ ਸੀ ਤਾਂ ਲੋਕੀ ਆਉਂਦੇ ਹੁੰਦੇ ਸੀ ਸ਼ਹਿਰ ਦੇ ਵਿੱਚ ਪੁਲਿਸ ਹੁੰਦੀ ਹੈ, ਉਹ ਲਾਇਸੈਂਸ ਮੰਗਦੇ ਨੇ। ਮੈਂ ਆ ਕੇ ਲੈ ਇਹ ਕਿਹੜੀ ਗੱਲ, ਆਪਾਂ ਲਾਇਸੈਂਸ ਬਣਾ ਲੈਂਦੇ ਹਾਂ। ਤੇ ਸਨ 81-82 ਦੇ ਵਿੱਚ ਜਨਾਬ ਮੈਂ ਨਾ ਪਹਿਲਾ ਲਾਇਸੈਂਸ ਫੈਸਲਾਬਾਦੋਂ ਜਾ ਕੇ ਬਣਵਾ ਕੇ ਲੈ ਕੇ ਆਇਆ। ਤੇ ਉਸ ਤੋਂ ਬਾਅਦ ਫਿਰ ਤਕਰੀਬਨ 1992 ਦੇ 91-92 ਦੇ ਵਿੱਚ ਫਿਰ ਮੈਂ ਪਾਕਿਸਤਾਨ ਨੇਵੀ ਜੁਆਇਨ ਕਰ ਲਈ ਹੈ। ਪਾਕਿਸਤਾਨ ਨੇਵੀ 'ਚ ਗਿਆ, ਫਿਰ ਉੱਥੇ ਜਾ ਕੇ ਮੈਂ ਮਜ਼ੀਦ ਲਾਇਸੈਂਸ ਇੱਕ ਬਣਵਾਇਆ ਹੈਵੀ ਟੈਪ ਦਾ ਔਰ ਕਰੇਨ ਆਪਰੇਟਰ ਪਾਕਿਸਤਾਨ ਨੇਵੀ ਦੇ ਵਿੱਚ ਭਰਤੀ ਹੋ ਗਿਆ। ਫਿਰ ਪਾਕਿਸਤਾਨ ਨੇਵੀ ਦੇ ਵਿੱਚ ਮੈਂ 2007 ਤੱਕ ਮੈਂ ਪਾਕਿਸਤਾਨ ਨੇਵੀ 'ਚ ਰਿਹਾ। ਫਿਰ ਉਸ ਤੋਂ ਬਾਅਦ ਮੈਂ ਸਊਦੀਆ ਚਲਾ ਗਿਆ। ਬਸ ਸਊਦੀਆ ਗਿਆ ਤੇ ਫਿਰ ਉੱਥੇ ਤਾਂ ਜਿਤਨੇ ਇਕਵਿਪਮੈਂਟ ਆਉਣਾ ਮੈਂ ਕਿਸੇ ਦਾ ਛੱਡਿਆ ਹੀ ਨਹੀਂ ਨਾ ਲਾਇਸੈਂਸ। ਪੜ੍ਹਿਆ ਲਿਖਿਆ ਆਪਰੇਟਰ ਸੀ। ਜਿਹੜਾ ਲਾਇਸੈਂਸ ਕੰਪਨੀ ਨੂੰ ਜ਼ਰੂਰਤ ਹੁੰਦੀ ਹੈ ਹੀ ਨਾ ਤੇ ਉਹ ਮੈਨੂੰ ਆਖਦੇ ਸੀ ਵੀ ਤੂੰ ਬਣਾ ਲੈ ਸੇ। ਮੈਂ ਆਂਦਾ ਸੀ ਮੈਂ ਹਾਜ਼ਰ ਹਾਂ, ਮੈਨੂੰ ਭੇਜੋ, ਪਾਸ ਕਰਨਾ ਮੇਰਾ ਕੰਮ ਹੈ, ਖਰਚਾ ਤੁਸੀਂ ਕਰਨਾ ਹੈ। ਉਹ ਫਿਰ ਪੇਪਰ ਵਰਕ ਕੰਪਨੀ ਕਰ ਦਿੰਦੀ ਸੀ, ਮੈਂ ਜਾਂਦਾ ਸੀ ਜਾ ਕੇ ਟੈਸਟ ਦਿੰਦਾ ਸੀ, ਪਾਸ ਹੋ ਜਾਂਦਾ ਸੀ, ਲਾਇਸੈਂਸ ਇਸ਼ੂ ਹੋ ਜਾਂਦਾ ਸੀ। ਮੈਨੂੰ ਵੀ ਮੌਜਾਂ ਲੱਗੀਆਂ ਰਹੀਆਂ ਨੇ, 12 ਕੀਤੀਆਂ ਨੇ ਮੁਖਤਲਿਫ ਕੰਪਨੀਆਂ ਦੇ ਵਿੱਚ। ਮੈਂ 3-4 ਕੰਪਨੀਆਂ ਦੇ ਵਿੱਚ ਮੈਂ ਸਊਦੀਆ ਦੇ ਵਿੱਚ ਡਿਊਟੀ ਅੰਜਾਮ ਦਿੱਤੀ ਹੈ ਮਾਸ਼ਾਅੱਲਾ, ਬੜੀ ਜ਼ਬਰਦਸਤ। ਔਰ ਬਹੁਤ ਪੈਸਾ ਵੀ ਬਹੁਤ ਕਮਾਇਆ ਹੈ, ਆਖਾਂ ਨਹੀਂ ਕਮਾਇਆ, ਬਹੁਤ ਪੈਸਾ ਕਮਾਇਆ, ਬੱਚਿਆਂ ਨੂੰ ਪੜ੍ਹਾਇਆ ਹੈ। ਬੱਚੇ ਮੇਰੇ ਹੁਣ ਪਹਿਲੇ ਇੱਕ ਸਊਦੀ ਨੇਵੀ 'ਚ ਚਲਾ ਗਿਆ ਹੈ, ਹੁਣ ਪਾਕਿਸਤਾਨ ਨੇਵੀ ਦੇ ਵਿੱਚ ਹੈ। ਇੱਕ ਬੱਚਾ ਮੇਰਾ ਉਹ ਵੀ ਕ੍ਰੇਨ ਆਪਰੇਟਰ ਹੈ ਮਾਸ਼ਾਅੱਲਾ। ਔਰ ਮੈਂ ਤਾਂ ਨਾ ਕਿ ਅੱਲਾ ਕਰੇ ਪੂਰੇ ਪਿੰਡ ਦੇ ਬੱਚੇ ਜਿਹੜੇ ਨੇ ਕ੍ਰੇਨ ਆਪਰੇਟਰ ਬਣਨ। ਜਿਤਨਾ ਮਜ਼ੇਦਾਰ ਔਰ A1 ਕੰਮ ਹੈ ਨਾ ਕ੍ਰੇਨ ਆਪਰੇਟਰ ਦਾ, ਸਿਰਫ ਥੋੜ੍ਹਾ ਜਿਹਾ ਤਵੱਜੋ ਦੀ ਜ਼ਰੂਰਤ ਹੈ ਕਿ ਵਾਲਿदैन ਤਵੱਜੋ ਦੇਣ, ਬੱਚਿਆਂ ਨੂੰ ਟ੍ਰੇਨਿੰਗ ਦੀ ਫੀਸ ਭਰਨ ਤੇ ਜਾ ਕੇ ਬਾਹਰੋਂ ਟ੍ਰੇਨਿੰਗ ਕਰਾਉਣ। ਨਹੀਂ ਤਾਂ ਮੈਨੂੰ ਆਖਣ ਮੈਂ ਇੱਥੇ ਇਹਨਾਂ ਦੇ ਵਾਸਤੇ ਟ੍ਰੇਨਿੰਗ ਸੈਂਟਰ ਬਣਾਉਣਾ, ਮੈਂ ਇਹਨਾਂ ਨੂੰ ਇੱਥੇ ਟ੍ਰੇਨਿੰਗ ਦੇ ਸਾਂ, ਇਹਨਾਂ ਨੂੰ ਮੈਂ ਸਾਰਾ ਡਾਟਾ ਵਾਈਜ਼ ਪੜ੍ਹਾ ਸਾਂਗਾ। ਔਰ ਬਾਕੀ ਕ੍ਰੇਨ ਆਪਰੇਟਰ ਦਾ ਕੰਮ ਜਿਹੜਾ ਹੈ ਨਾ ਮਾਸ਼ਾਅੱਲਾ ਬੜਾ ਜ਼ਬਰਦਸਤ ਕੰਮ ਹੈ। ਹਰ ਬੰਦੇ ਦੇ ਵੱਸ ਦਾ ਕੰਮ ਨਹੀਂ, ਸਿੱਖਣ ਵਾਲਾ ਕੰਮ ਹੈ। ਜਿਸ ਤਰੀਕੇ ਦੇ ਨਾਲ ਨਾ ਕੋਈ ਵੀ ਇੱਕ ਕੰਮ ਵਾਸਤੇ ਇੱਕ ਦਿਮਾਗ ਦੀ ਜ਼ਰੂਰਤ ਪੈਂਦੀ ਹੈ ਨਾ, ਐਵੇਂ ਕ੍ਰੇਨ ਚਲਾਉਣ ਵਾਸਤੇ 40 ਕੰਮ ਹੁੰਦੇ ਇੱਕਦਮ ਚੱਲਦੇ ਨੇ ਔਰ ਦਿਮਾਗ ਦੇ 40 ਹਿੱਸੇ ਹੁੰਦੇ ਨੇ ਜਿਹੜੇ ਮੁਖਤਲਿਫ ਥਾਂ ਦੇ ਤਵੱਜੋ ਦੇ ਕੇ ਕ੍ਰੇਨ ਆਪਰੇਟ ਕਰਦੇ ਨੇ ਕਿ ਕਿਸੇ ਸਾਈਡ ਤੋਂ ਕੋਈ ਮਸਲਾ ਨਹੀਂ ਹੋ ਜਾਵੇ, ਕਿਉਂਕਿ ਬੜਾ ਹੀ ਸੀਕਰਟ ਜਿਹਾ ਕੰਮ ਹੁੰਦਾ ਔਰ ਬੜੇ ਸਕੂਨ ਨਾਲ ਬਹਿ ਕੇ ਕਰਨਾ ਹੁੰਦਾ ਹੈ। ਭਲੇ AC 'ਚ ਬਹਿ ਕੇ ਕਰੋ, AC ਕ੍ਰੇਨ ਹੈ ਤਬ, ਅਗਰ ਨਾਰਮਲ ਹੈ ਤਬ ਕੋਈ ਮਸਲਾ ਨਹੀਂ ਹੈ। ਇਸ਼ਾਰਿਆਂ ਦਾ ਕੰਮ ਹੈ, ਕੋਈ ਮਿਹਨਤ ਵਾਲਾ ਕੰਮ ਨਹੀਂ। ਤੇ ਬਸ ਇਸੇ ਚੀਜ਼ ਨੂੰ ਬੰਦੇ ਦਾ ਰੱਖਦੇ ਆ ਮੈਂ ਲੱਗਿਆ ਰਿਹਾ। ਬਸ ਫਿਰ ਮੇਰਾ ਤਕਰੀਬਨ ਸਾਰੇ ਲਾਇਸੈਂਸ ਜਨਾਬ ਸਊਦੀਆ ਦੇ ਵਿੱਚੋਂ ਹਰ ਕਿਸਮ ਦਾ TU ਵੀ ਬਣਵਾਇਆ ਹੋਇਆ ਮੈਂ,
हर गड्डी का मेरे को TU भी है, हर किस्म दे, यानी कि किसी किस्म की रुकावट नहीं है। सऊदीया वाले भी मेरे को काफ़ी टाइम लाइसेंस वेखते रहे, लेकिन उन्होंने वास्ते कोई मुश्किल नहीं आएगी, उन्होंने वास्ते कोई प्रॉब्लम नहीं आ, क्योंकि उत्थे अमेरिकन अगे पिछे दे अंग्रेज़ लोग आते हैं हैं, और 100 साल तक वो बेचारे उत्थे ही रहते हैं, तो उन्होंने कोल भी इवें मेरे वक्त इकट्ठे हो जाते। लेकिन पाकिस्तान विच सवाल ही नहीं पैदा होता कि कोई बंदा इतने लाइसेंस हासिल कर ले जितने मैं कीते ने, क्योंकि अगर इनके उत्ते अखराजात किए जावन तो बस लखां रुपए लगते हैं इन्हां दे उत्ते सिर्फ फीसां भरन दे। लेकिन मेरे तो फिर कंपनी नाल अटैचमेंट सी, कंपनियां ही मैनू जिन्होंं कंपनी की जरूरत होंदी वो मैनू आखदी सी भी तू टैसट दे, फीस उन्हां भरनी होंदी सी, मैं बनवा लैंदा। ਤੇ ਕੰਪਨੀਆਂ ਕਿਹੜੀਆਂ-ਕਿਹੜੀਆਂ ਤੁਸੀਂ ਕੰਮ ਕਰਦੇ ਰਹੇ ਹੋ? जी सब तो पहले जो मैं इतों गया 2007 ਦੇ ਵਿੱਚ ਨਾ ਆਪਣੀ ਡਿਸਕੌਨ ਹੈ ਪਾਕਿਸਤਾਨ ਦੇ ਵਿੱਚ, ਡਿਸਕੌਨ ਹੈ, ਔਰ ਸਾਊਦੀਆ ਦੇ ਵਿੱਚ ਓਲਿਆਨ ਡਿਸਕੌਨ ਕੰਪਨੀ ਹੈ। ਮੈਂ ਉਹਦੇ ਵਿੱਚ ਗਿਆ ਤੇ ਉਹਦੇ ਵਿੱਚ ਮਾਸ਼ਾਅੱਲਾ ਬੜਾ ਐਕਸਪੀਰੀਅੰਸ ਹੋਇਆ ਸ਼ੁਰੂ ਦੇ ਵਿੱਚ ਹੈ, ਔਰ ਬੜੇ ਵੱਡੇ ਕੰਮ ਹੁੰਦੇ ਸੀ, ਔਰ ਬੜੀ ਵੱਡੀਆਂ ਸਕਰੀਨਾਂ ਚਲਾਉਂਦੇ ਰਹੇ ਉੱਥੇ, ਔਰ ਮਾਸ਼ਾਅੱਲਾ ਬੜਾ ਮਜ਼ਾ ਆਇਆ। लेकिन काफ़ी पैसा मैं उत्थों भी लैके आया, आके भट्ठा बनाया, होर पंगे शंगे करके ਜਦੋਂ ਵੇਖਿਆ ਕਿ ਪੈਸਾ ਥੋੜਾ ਹੋ ਗਿਆ, ਤੇ ਫਿਰ ਮੈਂ ਦੁਬਾਰਾ ਦੂਸਰੀ ਕੰਪਨੀ 'ਚ ਗਿਆ ਅਬਦੁੱਲਾ ਫਾਦ ਦੇ ਵਿੱਚ। ਉੱਥੇ ਜਾ ਕੇ ਫਿਰ ਨਾ ਬਸ ਪੂਰਾ ਸਊਦੀਆ ਦਾ ਕੋਈ ਗਲੀ ਮਹੱਲਾ ਕੋਈ ਪਿੰਡ ਨਹੀਂ ਛੱਡਿਆ ਜਿਹਦੇ ਵਿੱਚ ਪ੍ਰੋਜੈਕਟ ਨਹੀਂ ਕੀਤਾ 10-12 ਸਾਲਾਂ ਦੇ ਵਿੱਚ। ਪੂਰੇ ਸਊਦੀਆ ਦਾ ਹਰ ਸ਼ਹਿਰ ਹਰ ਗਾँव ਘੁੰਮਿਆ, ਇੰਨਾ ਤਾਂ ਮੈਂ ਪਾਕਿਸਤਾਨ ਨਹੀਂ ਘੁੰਮਿਆ ਜਿਤਨਾ ਮੈਂ ਸਊਦੀਆ ਘੁੰਮਿਆ। और काम किए ने, और प्लांट लाए ने, मुख्तलिफ किस्म के प्लांटा के उत्ते काम किया है और चलाए ने उत्थे। ਅੱਛਾ ਨਜ਼ੀਰ ਸਾਹਿਬ, ਤੁਸੀਂ ਪੈਸਾ ਬਹੁਤ ਕਰ ਰਹੇ ਹੋ, ਤੇ ਮੈਨੂੰ ਦੱਸੋ ਕਿ ਕ੍ਰੇਨ ਦੇ ਵਿੱਚ ਕਿੰਨਾ ਕੁ ਪੈਸਾ ਹੈ? सर क्रेन ਦੇ ਵਿੱਚ ਨਾ ਜੇ ਪੈਸੇ ਦਾ ਹੀ ਨਾਂ ਲਿਆ ਜਾਵੇ ਨਾ, ਤਾਂ ਕ੍ਰੇਨ ਜਿੰਨਾ ਪੈਸਾ ਹੋਰ ਕਿਸੇ ਇਕਵਿਪਮੈਂਟ ਦੇ ਵਿੱਚ ਨਹੀਂ ਹੈ, ਕਿਉਂਕਿ ਘੰਟਿਆਂ ਦੇ ਹਿਸਾਬ ਦੇ ਨਾਲ ਆਪਰੇਟਰ ਨੂੰ ਸੈਲਰੀ ਮਿਲਦੀ ਹੈ, ਔਰ ਘੰਟਿਆਂ ਦੇ ਹਿਸਾਬ ਨਾਲ ਉਹਦੇ ਕ੍ਰੇਨ ਦਾ ਕਿਰਾਇਆ ਮਿਲਦਾ ਹੈ। ਸਾਨੂੰ ਦੱਸ ਦਿਓ ਕਿੰਨੀ ਕੁ ਸੈਲਰੀ ਹੁੰਦੀ ਹੈ? ਕ੍ਰੇਨ ਆਪਰੇਟਰ ਦੀ ਜਿਹੜਾ ਨਾ ਨਾਰਮਲ ਆਮ ਕ੍ਰੇਨ ਆਪਰੇਟਰ ਉਹਦੀ 3,500 ਰਿਆਲ ਤੱਕ ਸੈਲਰੀ ਹੈ ਆਮ ਕੰਪਨੀ ਦੇ ਵਿੱਚ ਅੱਜ ਕੱਲ੍ਹ ਜਾਂ ਪਹਿਲੇ ਵਕਤ ਦੇ ਵਿੱਚ? ਅੱਜ ਕੱਲ। ਔਰ ਜਿਹੜਾ ਆਰਾਮਕੋ ਦੇ ਵਿੱਚ ਚਲਾ ਜਾਂਦਾ ਹੈ, ਮੇਰੇ ਕੋਲ ਆਰਾਮਕੋ ਦਾ ਵੀ ਸਰਟੀਫਿਕੇਟ ਹੈ ਇੱਕ, ਤੇ ਉਹ ਆਰਾਮਕੋ ਵਾਲੇ ਦੀ ਤਨਖਾਹ ਬਣਦੀ 7 ਤੋਂ 8,000 ਰਿਆਲ ਆਪਰੇਟਰ ਦੀ ਪਰ ਮੰਥ। 7-8 ਹਜ਼ਾਰ रुपया कमांदा है पर मंथ। लेकिन दूसरा जेडे आम यानी नॉर्मल कंपनियां या हैनगे सिस्टम उन्होंने उनके 3500 बस 3700 4000 3000 तक भी ऑपरेटर जाते हैं ड्यूटी करते हैं माशाल्लाह। तो पहले दौर तो फिर थोड़े ही होंदा आ गया, पहले इन्नी नहीं सैलरी होंदी सी, हुण अच्छी सैलरी है। ਨਜ਼ੀਰ ਸਾਹਿਬ, ਮੈਂ ਸੁਣਿਆ ਕਿ ਤੁਸੀਂ ਟ੍ਰੇਨ ਤੇ ਹਵਾਈ ਜਹਾਜ਼ ਨੂੰ ਛੱਡ ਕੇ ਹਰ ਸ਼ੈ ਚਲਾ ਲੈਂਦੇ ਹੋ, ਤੇ ਮੈਨੂੰ ਦੱਸੋ ਕਿ ਇੰਨੇ ਜ਼ਿਆਦਾ ਲਾਇਸੈਂਸ ਤੁਸੀਂ ਇਹ ਬਕਾਇਦਾ ਸਿੱਖਦੇ ਰਹੇ ਹੋ ਗੱਡੀਆਂ ਚਲਾਉਣਾ? जी ये बस सारे एक्सपीरियंस की गल है। हुण घरों तो कोई नहीं सीख के जाता, सारे बाहर निकल के फील्ड च ही सीखते हैं। तो मैं पढ़िया लिखिया सी ये कि मैनू कोई भी चीज़ उन्हें चैलेंज की है तो मैं उन्होंने एक्सैप्ट किया है, मैं उन्होंने कदे नहीं आख्या कि मैं काम नहीं कर सकता। और फिर मैं अपने हिसाब के नाल बह के सोच, क्योंकि ऑपरेटर जेड़ा ना जिवें लैथ मशीन मदर ऑफ मशीनरी होंदी है ना, इस तरीके ना क्रेन ऑपरेटर जेड़ा है ना ये बड़ी एक पहुंची हुई हस्ती होंदी है। और इस दियां ना बहुत ही दिमाग दे कम अज़ कम 40 हिस्से होंदे ने इस दिमाग दे। एक दिमाग दे 40 हिस्से होंदे ने। जेड़ा नॉर्मल ड्राइवर होंदे 4 हिस्से होंदे ने दिमाग दे, वो 4 थां ते काम कर रहा होंदा है, लेकिन इहदे 40 हिस्से होंदे ने। 40 पुरजियां नूं एकदम बैठा वेख रहा होंदा है कि किते किते कोई मसला तो नहीं आ रहा। तो इस करके ऑपरेटर जिंदाबाद, ऑपरेटर बेहतरीन नौकरी है और अच्छा रोज़गार है। ਅੱਛਾ, ਮੈਨੂੰ ਦੱਸੋ ਕਿ ਹੁਣ ਮੈਂ ਸੁਣਿਆ ਕਿ ਤੁਸੀਂ ਜਿਹੜਾ ਟ੍ਰੇਨ ਦਾ ਲਾਇਸੈਂਸ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਹੋ, ट्रेन में भी इंटरस्ट रखते हो? जी जी वो ऐसा ही होया कि जदों मैं NLC ਵੱਲੋਂ फारग होया और यूरोप नहीं जा सकिया ना, NLC च रिज़ाइन किया यूरोप की वजह करके कि यूरोप जा रहे हैं, यूरोप भी नहीं जा सकिया। तो फिर क्योंकि मैं प्रॉपर रिज़ाइन NLC च किया सी तो मैनू दोबारा जॉब मिल सकती सी फोर्स दे विच ना NLC दे विच। तो मैं NLC दा रेलवे दा इंजन नहीं जेड़ा उहदे विच जाना चाहना या जाने दी ख्वाहिश कर रहे हैं। तो बाकी टाइम नहीं मिले, हूँ थोड़ा जहा टाइम मैं भट्ठे तो कट के इंशाल्लाह जाना है। और मैं वो भी टेस्ट जिस दिन टेस्ट होए NLC का रेलवे इंजन का टेस्ट देना है, जोड़ा कार्गो इंजन है चल रहा है, जिंदा हर बंदे नूं पता भी नहीं कि NLC की चीज़ है। जे NLC का पता है तो ये नहीं पता कि NLC कार्गो दे इंजन भी हैं गए, जो कि मैनू पता है क्योंकि मैं उस फील्ड च रह चुकिया भी इन्हों को रेलवे इंजन भी हैं NLC को। क्या बात है, बहुत शुक्रिया नज़ीर साहब ਤੁਹਾਡੇ टाइम का जी। नाजरीन ये सी नज़ीर अहमद साहब जिन्हों को 40 तो भी ज़्यादा लाइसेंस है। उम्मीद करते हैं कि तुहानू इंटरव्यू पसंद आया होगा। सानू इस इंटरव्यू के मुतलक अपना फीडबैक ज़रूर दिओ। बहुत शुक्रिया, अल्लाह हाफिज़।